ਮੋਦੀ ਜੀ ਝੁਕਣ ਲਈ ਤੇ ਤਿਆਰ ਬੈਠੇ ਆ। ਸਿੱਧਾ ਸਿੱਧਾ ਨਹੀਂ, ਜਾਣੀ ਰੱਸੀ ਸੜ ਗਈ ਹੈ ਪਰ ਵੱਟ ਨਹੀਂ ਜਾ ਰਿਹਾ। ਉਹਨਾਂ ਨੂੰ ਰੱਸੀ ਦੀ ਤਾਕਤ ਨਹੀਂ, ਹੁਣ ਉਹ ਖਤਮ ਹੋ ਚੁੱਕੀ। ਉਹਨਾਂ ਦੀ ਆਕੜ ਅਸਲ ਵਿੱਚ ਅੰਦਰੋਂ ਤੇ ਖਤਮ ਹੋ ਗਈ, ਬਾਹਰੋਂ ਐਂ ਇੱਕ ਜਿਹੜਾ ਰੱਖਿਆ ਹੋਇਆ ਠੂਏ ਵਾਂਗੂ ਪੂਛ ਖੜੀ ਹੈ। ਜਿਹੜਾ ਐਡਾ ਆਪਣੇ ਆਪ ਨੂੰ ਨੱਬੀ ਖਾਂ ਸਮਝਦਾ ਸੀਗਾ ਕਿ ਅੱਜ ਉਹ ਕੜਿੱਕੇ 'ਚ ਫਸਿਆ ਕਿਉਂ ਮਹਿਸੂਸ ਕਰ ਰਿਹਾ? ਕਾਰਨ ਬੜਾ ਸਾਫ਼ ਹੈ ਕਿ ਪੰਜਾਬੀਆਂ ਦਾ ਏਕਾ। ਇਹਨਾਂ ਨੇ ਪਹਿਲੀ ਵਾਰੀ ਸਿੱਖਿਆ ਕਿ ਅਸੀਂ ਐਵੇਂ ਕਈ ਝੱਟ ਦੇਣੀ ਉੱਠਦੇ ਆਂ ਬੰਦੂਕ ਚੱਕ ਲੈਂਦੇ ਸੀ ਵੀ ਇਹਦੇ ਨਾਲੋਂ ਤਕੜੇ ਕੋਈ ਨਹੀਂ, ਕਦੀ ਆਹ ਕਰ ਦਿਆਂਗੇ, ਕਿ ਸਭ ਤੋਂ ਵੱਡਾ ਬੰਬ ਤੇ ਭੰਗੀਆਂ ਵਾਲੀ ਤੋਪ ਤੇ ਲੋਕਾਂ ਦਾ ਏਕਾ ਹੀ ਹੈ। ਹੁਣ ਉਹਦੇ 'ਚੋਂ ਅਸੀਂ ਵੀ ਨਿਕਲਣ ਲਈ ਇਹਨਾਂ ਨੂੰ ਬੜੀ ਦੇਰ ਦਾ ਕਹਿ ਰਹੇ ਸੀ, ਉਹ ਭੈੜਿਓ ਕੋਰਟ ਦਾ ਸਹਾਰਾ ਲੈ ਲਓ, ਉਹਨਾਂ ਨੂੰ ਕਹੋ ਕਿਸੇ ਤਰੀਕੇ ਨਾਲ ਜੀ ਇਹ ਕਾਨੂੰਨ ਤੇ ਬੜੀ ਗਲਤੀ ਨਾਲ ਪਾਸ ਹੋ ਗਏ। ਇਹਨਾਂ ਨੂੰ ਅਜੇ ਵੀ ਲੱਗਦਾ ਕਿ ਅਸੀਂ ਲੋਕਾਂ ਨੂੰ ਤੋੜਾ, ਇਹ ਤੇ ਬੇਵਕੂਫ ਹੈ। ਮੈਂ ਨਾ ਜਿੰਨਾ ਖੱਟਰ ਦੀ ਜਾਣੀ ਖੱਚ ਹੋਈ ਹੈ ਉਨੀ ਕਿਸੇ ਦੀ ਹੋਈ ਨਹੀਂ ਹੈਗੀ ਕਿ ਤੁਹਾਨੂੰ ਇਹ ਇੰਨਾ ਜਿਹੜਾ ਹੜ ਆਇਆ ਲੋਕਾਂ ਨੇ ਇਹਨੂੰ ਰੋਕ ਲੋਗੇ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਇਸ ਸਮੇਂ ਦਿੱਲੀ ਦੇ ਵਿੱਚ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਹੈ, ਇਹਦੇ 'ਚ ਇੱਕ ਸਵਾਲ ਨਾ ਰਹਿ ਕੇ ਹਰ ਬੰਦੇ ਦੇ ਮਨ 'ਚ ਉੱਠਦਾ ਹੈ ਵੀ ਯਾਰ ਕਿਸੇ ਸਿਰੇ ਲੱਗੂਗੀ ਗੱਲ, ਆਪਾਂ ਜਿੱਤਾਂਗੇ, ਕੋਈ ਇਹਦਾ ਨਤੀਜਾ ਨਿਕਲੂਗਾ ਸਾਰਥਕ। ਇਹ ਸੁਭਾਵਿਕ ਹੈ, ਇਹ ਹੁੰਦਾ। ਤੇ ਇਸ ਸਵਾਲ ਦਾ ਜਵਾਬ ਮੈਨੂੰ ਲੱਗਦਾ ਪ੍ਰੋਫੈਸਰ ਮਨਜੀਤ ਸਿੰਘ ਬਹੁਤ ਚੰਗੀ ਤਰ੍ਹਾਂ ਦੇ ਸਕਦੇ ਆ, ਜੋ ਸਮਾਜ ਦੀਆਂ ਉਹਨਾਂ ਤਹਿਆਂ ਨੂੰ ਸਮਝਦੇ ਆ ਜਿਹੜੀਆਂ ਸਾਡੇ ਲਈ ਦੇਖਣੀਆਂ ਬਹੁਤ ਮੁਸ਼ਕਲ ਹੈ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਸ਼ੁਕਰੀਆ ਸਮਾਂ ਦੇਣ ਦੇ ਲਈ, ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਕੀ ਲੱਗਦਾ ਸਿਰੇ ਲੱਗੂ ਗੱਲ? ਨਵਰੀਤ ਲੱਗ ਚੁੱਕੀ ਹੈ। ਇਹ ਦੋ ਤਰ੍ਹਾਂਵਾਂ ਤੇ ਚੱਲ ਰਹੀ ਹੈ। ਇੱਕ ਹਿੱਸਾ ਆ ਕਿ ਇੱਕ ਨਵੀਂ ਕਿਸਮ ਦੀ ਸੋਚ, ਰਾਜਨੀਤੀ, ਨਵੇਂ ਕਿਸਮ ਦੇ ਐਜੀਟੇਸ਼ਨ ਦੇ ਰੂਪ, ਔਰ ਜਿਹਦੇ ਵਿੱਚ ਆਤਮ ਸ਼ਕਤੀ, ਜਿਹਦੇ ਵਿੱਚ ਆਤਮਾ ਨੂੰ ਪੂਰਾ ਪਾਉਣਾ, ਲੋਕਾਂ ਨੂੰ ਇਕੱਠੇ ਰੱਖਣਾ, ਲੋਕਾਂ ਵਿੱਚ ਭਰੋਸਾ ਰੱਖਣਾ ਔਰ ਇੱਕ ਦੂਜੇ ਨੂੰ ਪਿਆਰ ਦੇਣਾ, ਕੁਰਬਾਨੀ ਦੇਣੀ, ਉਹ ਸਾਰਾ ਤੁਹਾਨੂੰ ਇੱਥੇ ਮਾਨਵਤਾ ਦਾ ਇਹ ਜਿਹੜਾ ਅਸਲੀ ਚਿਹਰਾ, ਉਹ ਲੜਾਈ ਇਹ ਜਿੱਤ ਚੁੱਕੇ ਆ। ਜਿਹੜੀ 3 ਕਾਨੂੰਨਾਂ ਦੀ ਆ, ਇਹ ਉਹਦੇ ਨਾਲੋਂ ਬਹੁਤ ਅੱਗੇ ਲੰਘ ਚੁੱਕੇ ਆ। ਇਸ ਕਰਕੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਅੰਦਰ ਇੱਕ ਨਵੀਂ ਦੂਸਰੀ ਆਜ਼ਾਦੀ ਦੀ ਜੰਗ ਚੱਲਣ ਵਾਲੀ ਹੈ ਕਿ ਜਿਹੜੀ ਅਸਲ ਮਾਨਿਆਂ 'ਚ ਉਹਨਾਂ ਦੀ ਗੁਰਬਤ ਤੋਂ ਆਜ਼ਾਦੀ, ਉਹਨਾਂ ਦੀਆਂ ਜਿਹੜੀ ਕਿਸੇ ਕਿਸਮ ਦੀ ਜਿਹੜੀ ਐਜੂਕੇਸ਼ਨ ਤੋਂ, ਅਨਪੜ੍ਹਤਾ ਤੋਂ ਆਜ਼ਾਦੀ, ਇਹ ਟੋਟਲ ਜਿਹੜਾ ਲੋਕਾਂ ਦੇ ਪਛੜੇਪਣ ਤੋਂ ਆਜ਼ਾਦੀ, ਇਹ ਸਾਰੀ ਆਜ਼ਾਦੀ ਦੀ ਜੰਗ ਛਿੜੀ ਹੈ। ਜਿਹੜੇ 3 ਕਾਨੂੰਨ ਕਹਿੰਦੇ ਆ, ਉਹ ਜਿਸ ਕਿਸਮ ਦਾ ਸਕੰਜਾ ਇਹਨਾਂ ਨੇ ਮਾਰਿਆ, ਉਹ ਮੋਦੀ ਜੀ ਉਹ 'ਚ ਬੜੇ ਬੁਰੇ ਤਰੀਕੇ ਨਾਲ ਫਸ ਗਿਆ ਤੇ ਕੋਰਟ ਰਾਹੀਂ ਆਪਣੇ ਆਪ ਨੂੰ ਹੁਣ ਕੱਢਣਾ ਚਾਹੁੰਦੇ ਆ। ਮੇਰਾ ਸਵਾਲ ਤੁਸੀਂ ਉਹਦਾ ਜਵਾਬ ਤਾਂ ਦੇਤਾ। ਹੁਣ ਗੱਲ ਤਾਂ ਸੋਹਣੀ ਲੱਗਦੀ ਹੈ ਕਿ ਸਾਨੂੰ ਅਨਪੜ੍ਹਤਾ ਤੋਂ ਆਜ਼ਾਦੀ, ਗੁਰਬਤ ਤੋਂ ਆਜ਼ਾਦੀ, ਬਹੁਤ ਉਹਨਾਂ ਗੱਲਾਂ ਹੈਗੀਆਂ, ਪਰ ਜੇ ਆਪਾਂ ਇਸ ਸੰਘਰਸ਼ ਤੇ ਫੋਕਸ ਕਰੀਏ, ਕੁਛ ਇਹੋ ਜਿਹੇ ਚਿੰਨ੍ਹ, ਕੁਛ ਇਹੋ ਜਿਹੇ ਨਿਸ਼ਾਨ ਜਿਨ੍ਹਾਂ ਨੂੰ ਤੁਸੀਂ ਸਮਝ ਕੇ ਗੱਲ ਕਹਿ ਰਹੇ ਹੋਵੋ ਕਿ ਯਾਰ ਮੈਂ ਇਹ ਪੁਆਇੰਟ ਹੋ ਰਹੇ ਆ, ਆਹ ਗੱਲਾਂ ਹੋ ਰਹੀਆਂ, ਮੈਨੂੰ ਤਾਂ ਲੱਗਦਾ ਆਪਾਂ ਜਿੱਤੇ ਆ। ਬਹੁਤ ਸਾਰੇ ਜਿਹੜੇ ਅਫਸਰ ਸਾਹਿਬਾਨ ਜਿਹੜੇ ਪੰਜਾਬ ਤੋਂ ਆਏ ਆ, ਇੱਥੇ ਦੇ ਬਿਊਰੋਕ੍ਰੇਸੀ, ਉਹ ਵੀ ਸਾਡੇ ਨਾਲ ਗੱਲਬਾਤ ਕਰਦੇ ਹੈਗੇ। ਉਹਨਾਂ ਨੂੰ ਵੀ ਇਹ ਗੱਲ ਦਾ ਪੂਰਾ ਭਰੋਸਾ ਹੋ ਗਿਆ ਕਿ ਮੋਦੀ ਜੀ ਝੁਕਣ ਲਈ ਤੇ ਤਿਆਰ ਬੈਠੇ ਆ। ਸਿੱਧਾ ਸਿੱਧਾ ਨਹੀਂ, ਜਾਣੀ ਰੱਸੀ ਸੜ ਗਈ ਹੈ ਪਰ ਵੱਟ ਨਹੀਂ ਜਾ ਰਿਹਾ। ਉਹਨਾਂ ਨੂੰ ਰੱਸੀ ਦੀ ਤਾਕਤ ਨਹੀਂ, ਹੁਣ ਉਹ ਖਤਮ ਹੋ ਚੁੱਕੀ। ਉਹਨਾਂ ਦੀ ਆਕੜ ਅਸਲ ਵਿੱਚ ਅੰਦਰੋਂ ਤੇ ਖਤਮ ਹੋ ਗਈ, ਬਾਹਰੋਂ ਐਂ ਇੱਕ ਜਿਹੜਾ ਰੱਖਿਆ ਹੋਇਆ ਠੂਏ ਵਾਂਗੂ ਪੂਛ ਖੜੀ ਹੈ। ਹੁਣ ਉਹਦੇ 'ਚੋਂ ਅਸੀਂ ਵੀ ਨਿਕਲਣ ਲਈ ਇਹਨਾਂ ਨੂੰ ਬੜੀ ਦੇਰ ਦਾ ਕਹਿ ਰਹੇ ਸੀ, ਉਹ ਭੈੜਿਓ ਕੋਰਟ ਦਾ ਸਹਾਰਾ ਲੈ ਲਓ, ਉਹਨਾਂ ਨੂੰ ਕਹੋ ਕਿਸੇ ਤਰੀਕੇ ਨਾਲ ਜੀ ਇਹ ਕਾਨੂੰਨ ਤੇ ਬੜੀ ਗਲਤੀ ਨਾਲ ਪਾਸ ਹੋ ਗਏ। ਰਾਜ ਸਭਾ ਦੇ ਵਿੱਚ ਤੇ ਡਿਵੀਜ਼ਨ ਆਫ ਵੋਟ ਹੋਇਆ ਹੀ ਨਹੀਂ, ਜਾਂ ਇਹ ਤਾਂ ਤੁਹਾਡੇ ਸੰਵਿਧਾਨ ਦੇ ਏਰੀਏ 'ਚ ਨਹੀਂ ਸੀ। ਧਾਰਾ ਤੇ ਜਿਹੜੀ ਕਨਕਰੈਂਟ ਲਿਸਟ ਦੀ ਆਈਟਮ ਨੰਬਰ 33 ਹੈ, ਜਿਹਦੇ ਤੇ ਫੂਡ ਸਟੱਫ ਦੇ ਵਪਾਰ ਦੀ ਗੱਲ ਕੀਤੀ ਜਾਂਦੀ, ਉਹ ਤੇ ਫੂਡ ਦੀ ਹੈ, ਉਹ ਅਨਾਜ ਦੀ ਵਪਾਰ ਦੀ ਨਹੀਂ ਗੱਲ। ਇਸ ਕਰਕੇ ਕਾਨੂੰਨ ਬੁਨਿਆਦੀ ਤੌਰ 'ਤੇ ਤੁਸੀਂ ਨਹੀਂ ਬਣਾ ਸਕਦੇ, ਤੇ ਹੈ ਹੀ ਸੂਬੇ ਅਧਿਕਾਰ 'ਤੇ। ਇਹੋ ਜਿਹਾ ਕੋਈ ਵੀ ਮਸਲਾ ਕੱਢ ਕੇ ਤੇ ਉਹ ਕਹਿ ਸਕਦੇ ਦੇਖੋ ਜੀ ਜੋ ਵੀ ਹੈ ਸਾਡੀ ਗਲਤੀ ਹੋ ਗਈ। ਹੁਣ ਸੁਪਰੀਮ ਕੋਰਟ ਦੀ ਤੇ ਕਿਸਾਨ ਵੀ ਇੱਜ਼ਤ ਕਰਦੇ ਆ ਤੇ ਸਰਕਾਰ ਵੀ ਕਰਦੀ ਆ, ਜਾਓ ਹੁਣ ਘਰਾਂ ਤੋਂ ਇਹ ਕਾਨੂੰਨ ਰੱਦ ਹੋ ਗਏ, ਰੱਦੀ ਦੀ ਟੋਕਰੀ 'ਚ ਗਏ। ਪਰ ਉਹਨਾਂ ਨੇ ਜਿਹੜਾ ਰਸਤਾ ਅਖਤਿਆਰ ਕੀਤਾ, ਉਹ ਰਾਜਨੀਤਿਕ ਹਿੰਡ ਵੀ ਰੱਖਣੀ ਚਾਹੁੰਦੇ ਆ ਔਰ ਕਾਨੂੰਨਾਂ ਨੂੰ ਨੱਲੀਫਾਈ ਵੀ ਕਰਨਾ ਚਾਹੁੰਦੇ ਆ। ਉਹਦਾ ਮਤਲਬ ਇਹ ਹੋਊਗਾ ਕਿ ਜਿਵੇਂ ਹੁਣ ਸੁਪਰੀਮ ਕੋਰਟ ਨੇ ਪਿਛਲੀ ਆਪਣੀ ਆਰਡਰ ਦੇ ਵਿੱਚ ਕਿਹਾ ਹੀ ਹੈ, ਉਹਨਾਂ ਨੇ ਕੀ ਕਿਹਾ ਕਿ ਦੇਖੋ ਜੀ ਸਰਕਾਰ ਨੂੰ ਚਾਹੀਦਾ ਆ ਕਿ ਕੋਈ ਨਾ ਕੋਈ ਇੱਕ ਤੇ ਅਸੀਂ ਕਮੇਟੀ ਬਣਾ ਦਿੰਦੇ ਆ, ਪਰ ਇਹਨਾਂ ਕਾਨੂੰਨਾਂ ਦੀ ਜਿਹੜੀ ਆ ਸਸਪੈਂਡ ਕਰ ਦਿਓ, ਉਹਨਾਂ ਨੂੰ ਲਾਗੂ ਨਾ ਕਰੋ। ਉਹਨਾਂ ਨੇ ਇੱਕ ਇੰਡੀਕੇਸ਼ਨ ਸੁਪਰੀਮ ਕੋਰਟ ਨੇ ਸਰਕਾਰ ਨੂੰ ਦੇ ਦਿੱਤੀ ਵੀ ਪਿੱਛੇ ਹਟਿਆਂ ਬਗੈਰ ਰਸਤਾ ਕੋਈ ਹੋਰ ਨਹੀਂ।
ਹੁਣ ਉਹ ਆਪਣੀ ਇੱਜ਼ਤ ਦੇ ਢੰਗ ਦੇ ਨਾਲ ਕਿ ਅਸੀਂ ਠੀਕ ਤੇ ਹੈਗੇ ਆ, ਜਾਣੀ ਉਹ ਇਹਨਾਂ ਨੂੰ ਨੱਲੀਫਾਈ ਨਹੀਂ ਕਰਾਉਣਾ ਚਾਹੁੰਦੇ ਕਾਨੂੰਨਾਂ ਨੂੰ, ਉਹ ਉਹਨਾਂ ਨੂੰ ਸਸਪੈਂਡ ਕਰ ਦੇਣਗੇ, ਡੀ ਨੋਟੀਫਾਈ ਕਰ ਸਕਦੇ ਆ, ਜਾਂ ਹੋਰ ਕੋਈ ਤਰੀਕਾ ਕੱਢ ਸਕਦੇ ਆ ਕਿ ਜਿਹਦੇ ਵਿੱਚ ਉਹ ਕਾਨੂੰਨ ਇਨਫੈਕਟਿਵ ਹੋ ਜਾਣ। ਜਾਣੀ ਜੇ ਕੋਈ ਗੋਲੀ ਦਾ ਬਰੂਦ ਹੀ ਕੱਢ ਲਓ, ਖਾਲੀ ਖੋਖਾ ਰੱਖ ਛੱਡੋ, ਉਹਦਾ ਕੀ ਹੈ? ਪਰ ਉਹ ਇੱਥੇ ਮਜਬੂਰ ਕਿਵੇਂ ਹੋਈ? ਜਿਹੜੀ ਸਰਕਾਰ ਦਾ ਇਮੇਜ ਇਹ ਬਣਾਇਆ ਗਿਆ ਸੀਗਾ ਵੀ ਉਹ ਤਾਂ ਐਂ ਦਿਓ ਕਰਦਾ, ਉਹ ਪਿੱਛੇ ਨਹੀਂ ਮੁੜਦੀ ਕਦੇ, ਉਹ ਫੈਸਲੇ ਕਰਦੀ ਆ, ਅੱਗੇ ਵੱਧ ਜਾਂਦੀ ਆ, ਤੂਫਾਨਾਂ ਵਰਗੀ ਆ, ਵਹਾ ਕੇ ਲੈ ਜਾਂਦੀ ਆ, ਅੰਦੋਲਨ ਤੋੜ ਦਿੰਦੀ ਆ। ਇਹ ਅੰਦੋਲਨ 'ਚ ਇਹੋ ਜਿਹਾ ਕੀ ਸੀਗਾ ਜਿਹੜੇ ਉਹ ਸਰਕਾਰ ਪਿੱਛੇ ਸਿੱਟਦੀ? ਇਹ ਜਿਹੜੀ ਸਰਕਾਰ ਇਹਦੇ ਇੱਕੋ ਹੀ ਤਰੀਕਾ ਇਹਨਾਂ ਦਾ ਪਰਖਿਆ, ਜਿਹਨੂੰ ਕਹਿੰਦੇ ਆ ਗੁਜਰਾਤ ਮਾਡਲ, ਕਿ ਲੋਕਾਂ 'ਚ ਨਫ਼ਰਤ ਪੈਦਾ ਕਰਨੀ, ਧਾਰਮਿਕ ਨਫ਼ਰਤ ਪੈਦਾ ਕਰਨੀ, ਜਾਤੀ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਵੰਡਣਾ, ਕਮਜ਼ੋਰ ਕਰਨਾ, ਔਰ ਇਹੋ ਜਿਹੇ ਸ਼ਾਸਤੀ ਢੰਗ ਦੇ ਨਾਲ ਹੀ ਰਾਜ ਕਰਨਾ। ਇਹ ਇਹਨਾਂ ਦੀ ਖਾਸ ਬਿਰਤੀ ਹੈ, ਇਹਨਾਂ ਦਾ ਐਕਸਪੈਰੀਮੈਂਟਡ ਪੱਕਾ ਜਿਹੜਾ ਇਹਨਾਂ ਦਾ ਤਰੀਕਾ ਨਾ, ਉਹ ਰਾਜ ਕਰਨ ਦਾ ਇਹ ਤਰੀਕਾ। ਇਹਨਾਂ ਨੂੰ ਕਦੀ ਇਹੋ ਜਿਹਾ ਪਿਆ ਹੀ ਨਹੀਂ। ਮੈਨੂੰ ਦੱਸੋ ਕਦੀ ਮੋਦੀ ਨੂੰ ਗੁਜਰਾਤ ਦੇ ਵਿੱਚ ਏਡੀ ਵੱਡੀ ਮੂਵਮੈਂਟ ਦਾ ਸਾਹਮਣਾ ਕਰਨਾ ਪਿਆ? ਇਹ ਤੇ ਉਹੋ ਜਿਹੀਆਂ ਵੱਡੀਆਂ ਮੂਵਮੈਂਟਾਂ ਉੱਠ ਪਈਆਂ ਜੋ ਅੰਗਰੇਜ਼ਾਂ ਦੇ ਵਿਰੁੱਧ ਉੱਠਦੀਆਂ ਸੀ। ਇਹਨਾਂ ਨੂੰ ਤਾਂ ਕੋਈ ਮੰਨਣ ਵਾਲਾ ਹੀ ਨਹੀਂ ਆ ਕਿ ਤੁਸੀਂ ਸਾਡੇ ਦੇਸ਼ ਦੇ ਵਸਿੰਦੇ ਹੋ ਜਾਂ ਸਾਡੇ ਦੇਸ਼ ਦੇ ਤੁਸੀਂ ਰੂਲਰ ਹੋ ਸਾਡੇ। ਤਾਂ ਉਹ ਇਹ ਜਿਹੜਾ ਇਹ ਐਟੀਟਿਊਡ ਬਣਿਆ, ਤੁਸੀਂ ਕਹਿੰਦੇ ਇਹ ਕਿਵੇਂ ਹੋ ਗਿਆ? ਜਿਹੜਾ ਐਡਾ ਆਪਣੇ ਆਪ ਨੂੰ ਨੱਬੀ ਖਾਂ ਸਮਝਦਾ ਸੀਗਾ ਤੇ ਅੱਜ ਉਹ ਕੜਿੱਕੇ 'ਚ ਫਸਿਆ ਕਿਉਂ ਮਹਿਸੂਸ ਕਰ ਰਿਹਾ? ਕਾਰਨ ਬੜਾ ਸਾਫ਼ ਹੈ ਕਿ ਪੰਜਾਬੀਆਂ ਦਾ ਏਕਾ। ਇਹਨਾਂ ਨੇ ਪਹਿਲੀ ਵਾਰੀ ਸਿੱਖਿਆ ਕਿ ਅਸੀਂ ਐਵੇਂ ਕਈ ਝੱਟ ਦੇਣੀ ਉੱਠਦਿਆਂ ਬੰਦੂਕ ਚੱਕ ਲੈਂਦੇ ਸੀ ਵੀ ਇਹਦੇ ਨਾਲੋਂ ਤਕੜੇ ਕੋਈ ਨਹੀਂ, ਕਦੀ ਆਹ ਕਰ ਦਿਆਂਗੇ, ਕਿ ਸਭ ਤੋਂ ਵੱਡਾ ਬੰਬ ਤੇ ਭੰਗੀਆਂ ਵਾਲੀ ਤੋਪ ਤੇ ਲੋਕਾਂ ਦਾ ਏਕਾ ਹੀ ਹੈ। ਤੁਸੀਂ ਕੁਛ ਨਹੀਂ ਕਰਨਾ, ਆਪਣਾ ਰੋਟੀ ਪਾਣੀ ਲਿਆਓ, ਸਬਜ਼ੀਆਂ ਦੁੱਧ ਆਈ ਜਾਂਦਾ ਹਰਿਆਣੇ ਤੋਂ, ਉਹ ਨਾਲੇ ਇੱਥੋਂ ਤੱਕ ਇਹਦੀ ਤਾਕਤ ਵਿਛ ਗਈ ਆ ਕਿ ਜਾਣੀ ਸਾਡੇ ਸਰਾਭੇ ਨੂੰ, ਭਗਤ ਸਿੰਘ ਨੂੰ ਨਾਲ ਲੈ ਕੇ ਹਰਿਆਣੇ ਵਾਲੇ ਇੱਥੇ ਸ਼ਾਮਲ ਹੋ ਗਏ। ਇਹ ਜਿਹੜੀ ਤਾਕਤ ਜਨਰੇਟ ਹੋਈ ਆ ਔਰ ਪੀਸਫੁਲ ਆ ਔਰ ਇੱਕ ਦੂਜੇ ਦੀ ਬਾਂਹ ਫੜ ਕੇ ਚੱਲਣ ਵਾਲੀ ਹੈ। ਇਹਦੇ 'ਚ ਪੰਜਾਬ ਦਾ ਇਤਿਹਾਸ, ਸਿੱਖੀ ਦਾ ਇਤਿਹਾਸ, ਪੰਜਾਬੀਆਂ ਦੀ ਪੁਰਾਣੀ ਜਿਹੜੀ ਲੜਾਕੂ ਸੋਚ ਜਾਂ ਉਹਨਾਂ ਦੀ ਜਿਹੜਾ ਇੱਕ ਪ੍ਰਥਾ ਹੈਗੀ ਆ, ਉਹ ਸਾਰੇ ਸੈਂਟੀਮੈਂਟਸ ਇਕੱਠੇ ਇੱਥੇ ਕੰਮ ਕਰ ਰਿਹਾ। ਇੱਕੋ ਨਵਾਂ ਇਹਨਾਂ ਨੇ ਟਰੈਕ ਬਦਲਿਆ, ਉਹ ਇਹ ਕਿ ਰਹਿਣਾ ਸ਼ਾਂਤਮਈ ਆ, ਇਕੱਠੇ ਰਹਿਣਾ, ਲੰਗਰ ਪਾਣੀ ਖਾਣਾ, ਗਾਉਣ ਵਜਾਉਣ ਵੀ ਕਰਨਾ, ਤੇ ਸਾਰਾ ਕੰਮ ਆਪਾਂ ਰਹਿਣਾ ਇੱਥੇ ਔਰ ਵੱਡੀ ਗਿਣਤੀ 'ਚ ਆਈ ਜਾਣਾ। ਇਹਦੇ ਕਰਕੇ ਹਾਂ ਨਵਰੀਤ, ਸਿਰਫ ਤੇ ਸਿਰਫ ਇਹਦੇ ਕਰਕੇ ਉਹਨਾਂ ਨੂੰ ਭਾਜੜਾਂ ਪੈ ਗਈਆਂ। ਮੇਰਾ ਆਖਰੀ ਸਵਾਲ ਇਹ ਆ ਵੀ ਕਦੇ ਸੋਚਿਆ ਸੀਗਾ ਵੀ SYL ਨੂੰ ਲੈ ਕੇ BJP ਭੁੱਖ ਹੜਤਾਲ ਰੱਖ ਰਹੀ ਆ ਹਰਿਆਣੇ ਦੇ ਵਿੱਚ ਤੇ ਕਿਸਾਨ ਆ ਕੇ ਭਜਾ ਦੇਣਗੇ? ਇਹਨਾਂ ਨੂੰ ਅਜੇ ਵੀ ਲੱਗਦਾ ਕਿ ਅਸੀਂ ਲੋਕਾਂ ਨੂੰ ਤੋੜਾ, ਇਹ ਤੇ ਬੇਵਕੂਫ ਹੈ। ਮੈਂ ਨਾ ਜਿੰਨਾ ਖੱਟਰ ਦੀ ਜਾਣੀ ਖੱਚ ਹੋਈ ਹੈ ਉਨੀ ਕਿਸੇ ਦੀ ਹੋਈ ਨਹੀਂ ਹੈਗੀ ਕਿ ਤੁਹਾਨੂੰ ਇਹ ਇੰਨਾ ਜਿਹੜਾ ਹੜ ਆਇਆ ਲੋਕਾਂ ਨੇ ਇਹਨੂੰ ਰੋਕ ਲੋਗੇ। ਅੱਜ ਇਹ ਮੜ ਜਾ ਇਸ਼ਾਰਾ ਕਰ ਦੇਣ ਕਿ ਅਸੀਂ ਪਾਰਲੀਮੈਂਟ ਘੇਰਨੀਆਂ, ਗੋਲੀਆਂ ਚੱਲ ਜਾਣ, ਪਾਰਲੀਮੈਂਟ ਤੱਕ ਪਹੁੰਚ ਜਾਣਗੇ ਲੋਕ। ਪਰ ਅਸੀਂ ਬਾਰ-ਬਾਰ ਅਪੀਲ ਕਰਦੇ ਹਾਂ ਕਿ ਇਹ ਕੰਮ ਕਰਨਾ ਨਹੀਂ, ਕਿਉਂਕਿ ਫਿਰ ਅਸੀਂ ਡਿਫੈਂਸਿਵ ਹੋ ਜਾਵਾਂਗੇ, ਫਿਰ ਆਊਂਗਾ ਜੀ ਵਾਇਲੈਂਸ ਹੋ ਗਈ ਜੀ, ਇਹ ਹੋ ਗਿਆ, ਉਹ ਕੰਮ ਨਹੀਂ ਕਰਨਾ। ਜਿੰਨੀ ਸ਼ਕਤੀ ਇੱਥੋਂ ਤੁਸੀਂ ਉਹਨਾਂ ਨੂੰ ਖਦੇੜ ਰਹੇ ਬੈਠੇ, ਉਹਨਾਂ ਉੱਥੇ ਜਾ ਕੇ ਪਹੁੰਚ ਕੇ ਨਹੀਂ ਕਰ ਪਾਓਗੇ। ਮੈਂ ਉਹਨਾਂ ਦੇ ਵਿੱਚ ਬੈਠਾ ਤੇ ਉਹਨਾਂ ਨੇ ਇੱਕ ਪਾਸੇ ਛੋਟੂ ਰਾਮ ਦਾ ਬੈਨਰ ਦੇ ਉੱਤੇ ਪਿਕਚਰ ਲਾਈ ਹੋਈ ਸੀ, ਇੱਕ ਪਾਸੇ ਸ਼ਹੀਦ ਭਗਤ ਸਿੰਘ ਦੀ, ਤੇ ਵਿੱਚ ਲਿਖਿਆ ਸੀਗਾ ਹਰਿਆਣਾ ਪੰਜਾਬ ਭਾਈ ਭਾਈ। ਔਰ ਮੈਂ ਕਿਹਾ ਕਿ ਅੱਜ ਤੇ ਭਾਈ ਭਾਈ ਇੰਨਾ ਪਿਆਰ ਆ ਰਿਹਾ, ਕੱਲ ਨੂੰ ਜਦੋਂ SYL ਦਾ ਮੁੱਦਾ ਆਇਆ ਕਹਿੰਦੇ हमें नहीं पानी चाहिए, कोई SYL नहीं है, हम देख लेंगे, वो हमारा अपना काम है। आज हम मोदी का मुकाबला करने यहाँ आए। ਇਹ ਜਿਹੜਾ ਪਿਆਰ ਜਾਗਿਆ, ਜਿਹੜਾ ਇੱਕ ਹਰਿਆਣੇ ਪੰਜਾਬ ਦਾ, ਇਹ ਤੇ ਬਹੁਤ ਵੱਡਾ ਬੋਨਸ ਆ। ਇਹ ਤੇ ਸੋਚਿਆ ਹੀ ਨਹੀਂ ਸੀ ਵੀ ਹਰਿਆਣੇ ਦੇ ਲੋਕ ਏਡੀ ਵੱਡੀ ਪੱਧਰ ਦੇ ਉੱਤੇ ਉੱਠ ਕੇ, ਜਿਨ੍ਹਾਂ ਨੂੰ ਅਸੀਂ ਸੁੱਤੀ ਜੀ ਸਟੇਟ ਸਮਝਦੇ ਸੀ, ਉਹ ਵੀ ਖੱਟਰ ਦੇ ਰਾਜ ਦੇ ਵਿੱਚ ਇਹੋ ਜਿਹੀ ਬਗਾਵਤ ਵਿੱਚ ਸ਼ਾਮਿਲ ਹੋ ਜਾਣਗੇ। ਅਸੀਂ ਆਪਣੇ ਆਪ ਨੂੰ ਤਾਂ ਬਾਗੀ ਸਮਝਦੇ ਸੀ, ਉਹਨਾਂ ਦਾ ਸ਼ਾਮਿਲ ਹੋਣਾ ਵੀ, ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਸੀ ਕਿ ਇਹ ਬਹੁਤ ਜਿੱਤ ਚੁੱਕੇ ਆ। ਹੁਣ ਸਿਰਫ ਜਿਹੜੀਆਂ 3 ਟੈਕਨੀਕਲ ਪੁਆਇੰਟ ਹੈਗੇ ਕਿ 3 ਲਾਅ ਨੂੰ ਵਿਦਡਰਾ ਕਰਾਉਣਾ, ਉਹ ਮੋਦੀ ਜੀ ਉਹਦੀ ਤਿਆਰੀ ਕਰ ਰਿਹਾ। ਤੁਸੀਂ ਦੇਖ ਲਿਓ 1 ਹਫ਼ਤੇ ਦੇ ਅੰਦਰ ਅੰਦਰ ਉਹ ਵੀ ਵਾਪਸ ਚਲੇ ਜਾਣਗੇ। ਮੈਂ ਤੁਹਾਡੀਆਂ ਗੱਲਾਂ ਤੋਂ ਕੁਝ ਕੁ ਪੁਆਇੰਟ ਸਮਝਿਆ, ਜੇ ਕੁਝ ਮਿਸ ਹੋ ਗਿਆ ਤੁਸੀਂ ਦੱਸ ਦਿਓ। ਤੁਸੀਂ ਕਹਿੰਦੇ ਹੋ ਹਰਿਆਣੇ ਤੇ ਪੰਜਾਬ ਦਾ ਏਕਾ ਇਹ ਜਿੱਤ ਨੂੰ ਪੱਕੀ ਕਰਦਾ, ਅਦਾਲਤ ਦਾ ਦਖਲ ਆ ਜਿਹੜਾ ਉਹ ਵੀ ਇੱਕ ਜਿੱਤ ਦੇ ਵੱਲ ਇਸ਼ਾਰਾ ਕਰਦਾਗਾ, ਤੇ ਜਿਹੜਾ ਇਹਦਾ ਹਿੰਸਕ ਰੂਪ ਹੈਗਾ, ਸ਼ਾਂਤਮਈ ਧਰਨਾ ਗਾ, ਇਹ 3 ਚੀਜ਼ਾਂ ਤੁਹਾਨੂੰ ਲੱਗਦਾ ਇਹਦੀਆਂ ਕੋਰ ਹੈ? ਕੁਝ ਹੋਰ? ਨਹੀਂ, ਬਿਲਕੁਲ ਇਹ ਗੱਲ ਹੈਗੀ ਆ, ਪਰ ਸਭ ਤੋਂ ਵੱਧ ਜਿਹੜਾ ਇੱਕ ਮਾਨਵਤਾ ਦਾ ਆਪਸੀ ਭਰੋਸਾ। ਹਰ ਬੰਦਾ ਆਪਣੇ ਘਰੋਂ ਟਰੈਕਟਰ ਭਰ ਕੇ ਲੱਕੜਾਂ ਦਾ ਲਿਆ ਰਿਹਾ, ਕੋਈ ਪੈਸੇ ਦੇ ਰਿਹਾ ਲੱਖਾਂ ਦੀ, ਜਾਣੀ ਹੜ ਆ ਗਿਆ ਚੀਜ਼ਾਂ ਦਾ। ਇਹ ਕਿੱਥੋਂ ਜਜ਼ਬਾ ਆਇਆ ਕਿ ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਬੜਾ ਇਹਨਾਂ ਨੂੰ ਬਰਦਾਸ਼ਤ ਕਰ ਲਿਆ, ਹੁਣ ਇਹਨਾਂ ਨੂੰ ਛੱਡਾਂਗੇ ਨਹੀਂ, ਕੱਚੇ ਚਬਾ ਜਾਾਂਗੇ, ਉਹ ਸੋਚ ਵਿੱਚੋਂ ਨਿਕਲ ਰਿਹਾ। ਔਰ ਇਹ ਇਕੱਲਾ 3 ਕਾਨੂੰਨਾਂ ਦਾ ਨਹੀਂ,
ਪੰਜਾਬ ਦਾ ਜਾਣੀ 1992 ਤੋਂ ਬਾਅਦ ਜਿਹੜਾ ਲਗਾਤਾਰ ਬਿਲਡ ਅਪ ਹੁੰਦਾ ਆ ਰਿਹਾ ਸੀ, ਉਹ ਸਾਰੇ ਦਾ ਸਾਰਾ ਜਿਹੜੀ ਪ੍ਰਦਰਸ਼ਨੀ ਆ ਇਸ ਰੋਸ਼ ਵਿੱਚ ਇਕੱਠੀ ਹੋ ਗਈ ਆ। ਉਹਦੇ 'ਚ ਤੁਸੀਂ ਸੋਚ ਸਕਦੇ ਆ ਕਦੀ ਕਿ ਇੱਕੋ ਸਟੇਜ ਦੇ ਤੋਂ ਲਾਲ ਝੰਡੇ ਦੇ ਲਾਲ ਸਲਾਮ ਦੇ ਨਾਰੇ ਲੱਗ ਰਹੇ ਆ, ਉਹਦੇ ਮਗਰਲਾ ਜਿਹੜਾ ਬੁਲਾਰਾ ਆ ਰਿਹਾ ਬੁੱਲੇ ਸੌ ਨਾਲ ਕਹਿ ਰਿਹਾ, ਤੀਸਰਾ ਕੋਈ ਹੋਰ ਭਾਰਤ ਮਾਤਾ ਦੀ ਜੈ ਵੀ ਕਹਿ ਸਕਦਾ। ਇੰਨਾ ਵੱਡਾ ਜਨ ਸਮੂਹ ਤੇ ਇੱਕ ਦੂਜੇ ਦੀ ਕਦਰ, ਇੰਨੇ ਵਿਪਰੀਤ ਜਿਹੜੇ ਹਮੇਸ਼ਾ ਇੱਕ ਦੂਜੇ ਨਾਲ ਲੜਦੇ ਲੋਕ ਸੀ, ਉਹ ਇਕੱਠੇ ਹੋ ਜਾਣ। ਇਹ ਇੱਕ ਇਸ ਜਿਹੜੇ ਇਕੱਠ ਦੀ, ਇਸ ਸੋਚ ਦੀ, ਇਸ ਸਟ੍ਰੈਟਜੀ ਦੀ ਔਰ ਇਸ ਜਿਹੜਾ ਮਹਾਜ ਪੂਰਾ ਇੱਥੇ ਮਾਹੌਲ ਬਣਿਆ, ਉਹਦੀ ਬਹੁਤ ਵੱਡੀ ਜਿੱਤ ਆ। ਆਉਣ ਵਾਲੇ ਸਮੇਂ 'ਚ ਜੋ ਇਹਨਾਂ ਨੇ ਸੱਤਾ ਦਾ ਆਨੰਦ ਇੱਥੇ ਰਹਿ ਕੇ ਮਾਣ ਲਿਆ, ਕੁਛ ਦੇ ਕੇ ਆਨੰਦ ਮਾਣ ਰਹੇ, ਆਪਣੀ ਦਿਖਾ ਰਹੇ ਆ ਕਿ ਅਸੀਂ ਕੀ, ਸਾਡੇ 'ਚ ਕਿੰਨੀ ਸ਼ਕਤੀ ਆ, ਲੋਕ ਜਨ ਸਮੂਹ 'ਚ, ਲੋਕ ਅੰਦੋਲਨ 'ਚ ਕਿੰਨੀ ਸ਼ਕਤੀ। ਇਹ ਘਰ ਨਹੀਂ ਬਹਿਣ ਵਾਲੇ, ਇਹ ਸਾਰੇ ਦੇਸ਼ 'ਚ ਜਾਊਗੀ, ਇਹ ਦੁਨੀਆ 'ਚ ਵੀ ਲੈਸਨ ਜਾਊਗਾ। ਇਹ ਤੇ ਯੂਨੀਵਰਸਿਟੀ ਖੁੱਲੀ ਆ, ਕਿਸਾਨ ਮਜ਼ਦੂਰ ਯੂਨੀਵਰਸਿਟੀ, ਸਾਰੇ ਪੋਲੀਟੀਕਲ ਸਾਇੰਟਿਸਟਾਂ ਨੂੰ, ਸਾਰੇ ਅਰਥ ਵਿਗਿਆਨੀਆਂ ਨੂੰ, ਸਾਰੇ ਸਮਾਜ ਵਿਗਿਆਨੀਆਂ ਨੂੰ ਇੱਥੋਂ ਆ ਕੇ ਡਿਗਰੀ ਲੈਣੀ ਚਾਹੀਦੀ। ਬਹੁਤ ਬਹੁਤ ਸ਼ੁਕਰੀਆ ਜੀ। ਸਮਾਜ ਦੀ ਇਹੀ ਖਾਸੀਅਤ ਹੁੰਦੀ ਆ ਵੀ ਜਦੋਂ ਤੁਹਾਨੂੰ ਲੱਗਦਾ ਗਾ ਕਿ ਯਾਰ ਉਹ ਬਿਲਕੁਲ ਸ਼ਾਂਤ ਆ, ਉਦੋਂ ਵੀ ਬਹੁਤ ਧਰਾਵਾਂ, ਬਹੁਤ ਕੁਛ ਅੰਦਰ ਖਾਤੇ, ਜਿਵੇਂ ਕਿਹਾ ਜਾਂਦਾ ਕਿ ਧਰਤੀ ਸਾਨੂੰ ਜਿਹੜੀ ਠੋਸ ਦਿੰਦੀ ਹੈ, ਇਹਦੇ ਥੱਲੇ ਬਹੁਤ ਕੁਛ ਚੱਲਦਾ ਗਾ। ਇਸੇ ਤਰ੍ਹਾਂ ਸੁਸਾਇਟੀ ਹੁੰਦੀ ਆ, ਸਮਾਜ ਹੁੰਦੀ ਹੈ, ਤੇ ਜੋ ਲੋਕਾਂ ਦਾ ਇਕੱਠ ਖੜਾ ਹੋਇਆ, ਇਹ ਉਹਨਾਂ ਅੰਦਰ ਭਰੇ ਹੋਏ ਸ਼ਾਇਦ ਗੁੱਸੇ ਜਾਂ ਰੋਹ ਦਾ ਨਤੀਜਾ ਸੀ। ਪਰ ਪ੍ਰੋਫੈਸਰ ਸਾਹਿਬ ਜਿਵੇਂ ਕਹਿੰਦੇ ਆ ਕਿ ਜਿੱਤ ਪੱਕੀ ਆ, ਤੇ ਕਾਰਨ ਉਹਦਾ ਇਹ ਆ ਕਿ ਅਸੀਂ ਇੱਕ ਆ, ਜਿੰਨੀ ਦੇਰ ਟੁੱਟਦੇ ਨਹੀਂ ਉਨੀ ਚਿਰ ਹਾਰਦੇ ਵੀ ਨਹੀਂ। ਧੰਨਵਾਦ ਜੀ।